ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਨਾਮ ਦੇ ਵਿਸ਼ੇ ਤੇ ਵਿਚਾਰ ਕੀਤੀ। ਪ੍ਰਸ਼ਨ ਆਇਆ ਹੈ ਕਿ ਨਾਮ ਜਪਣ ਲਈ ਨਿਵੇਕਲਾ ਥਾਂ ਕੀ ਹੈ। ਗੁਰਸਿੱਖ ਨੇ ਇੱਕ ਮਨ ਸਹਿਜ ਅਤੇ ਸਾਵਧਾਨ ਸੁਰ ਦੇ ਵਿੱਚ ਸਿਮਰਨ ਕਰਨਾ ਹੈ। ਧਿਆਨ ਦਿਆ ਜੀ, ਗੁਰਸਿੱਖ ਨੇ ਇੱਕ ਮਨ ਸਹਿਜ ਅਤੇ ਸਾਵਧਾਨ ਸੁਰ ਦੇ ਵਿੱਚ ਸਿਮਰਨ ਕਰਨਾ ਹੈ। ਸਹਿਜੇ ਨਾਮ ਤੇ ਆਈ ਹੈ ਗਿਆਨ ਪ੍ਰਗਟ ਹੋਏ। ਸਹਿਜੇ ਨਾਮ ਤੇ ਆਈ ਹੈ ਗਿਆਨ ਪ੍ਰਗਟ ਹੋਏ। ਗੁਰੂ ਸਾਹਿਬ ਸੋਝੀ ਬਖਸ਼ਦੇ ਹਨ, ਇੱਕ ਮਨ ਏਕ ਤੇ ਆਈ ਹੈ, ਮਨ ਕੀ ਲਾਹੇ ਭਰਾਤ, ਸਾਰੇ ਹੀ ਪਰਮ ਦੂਰ ਹੋ ਜਾਣਗੇ ਜੋ ਉਸ ਇੱਕ ਅਕਾਲ ਪੁਰਖ ਨੂੰ ਧਿਆਵਾਂਗੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੋ ਸਹਿਜੇ ਨਾਮ ਤੇ ਆਈਏ। ਸਿੱਖ ਵਾਸਤੇ ਸਹਿਜ ਅਵਸਥਾ ਹੀ ਨਿਵੇਕਲਾ ਕਮਰਾ ਹੈ। ਸਿੱਖ ਵਾਸਤੇ ਸਿਮਰਨ ਕਰਨ ਲਈ ਸਹਿਜ ਅਵਸਥਾ ਹੀ ਗੁਫਾ ਹੈ। ਸਹਿਜ ਗੁਫਾ ਮੈਂ ਆਸਨ ਬਾਧਿਆ, ਜੋਤ ਸਰੂਪ ਅਨਾਹਦ ਵਾਜਿਆ। ਮਹਾ ਆਨੰਦ ਗੁਰ ਸ਼ਬਦ ਵਿਚਾਰ, ਪਿਰਸੋਂ ਰਾਤੀ ਧਨ ਸੁਹਾਗਨ ਨਾਰ। ਗੁਰੂ ਸਾਹਿਬ ਸਹਿਜ ਗੁਫਾ ਭਾਵ ਅਡੋਲਤਾ ਦੀ ਅਵਸਥਾ ਵਿੱਚ ਵਿਕਾਰਾਂ ਤੋਂ ਰਹਿਤ ਹੋ ਕਰਕੇ ਮਨ ਨੂੰ ਜਿੱਤ ਕਰਕੇ ਸਿਮਰਨ ਕਰਨ ਦੀ ਸਾਨੂੰ ਜਾਚ ਦੱਸ ਰਹੇ ਹਨ। ਸਹਿਜ ਦੀ ਪ੍ਰਾਪਤੀ ਗੁਰੂ ਦੇ ਗੁਣ ਗਾਇਨ ਕਰਨ ਨਾਲ ਹੀ ਪ੍ਰਾਪਤ ਹੋਣੀ ਹੈ। ਮਨ ਮੇਰੇ ਹਰ ਰਸ ਚਾਖ ਤਿਖ ਜਾਏ, ਮਨ ਮੇਰੇ ਹਰ ਰਸ ਚਾਖ ਤਿਖ ਜਾਏ। ਜਿਨੀ ਗੁਰਮੁਖ ਚਾਖਿਆ ਸਹਿਜ ਰਹੇ ਸਮਾਏ। ਜਿਨੀ ਗੁਰਮੁਖ ਚਾਖਿਆ ਸਹਿਜ ਰਹੇ ਸਮਾਏ। ਗੁਰਮੁਖ ਹੋਮੈ ਵਿੱਚੋਂ ਖੋਵੈ, ਤੋ ਨਾਨਕ ਸਹਿਜ ਸਮਾਵੈ। ਗੁਰੂ ਸਾਹਿਬ ਇਸ ਸਹਿਜ ਨੂੰ ਪ੍ਰਾਪਤ ਕਰਨ ਦੀ ਜਾਚ ਦੱਸ ਰਹੇ ਹਨ ਕਿ ਹਰੀ ਦਾ ਨਾਮ ਦਾ ਰਸ ਚਖਣਾ ਕਰ। ਸਹਿਜ ਅਵਸਥਾ ਕਿਸੇ ਕਰਮ ਕਾਂਡ ਦਾ ਫਲ ਨਹੀਂ ਹੈ। ਕਰਮੀ ਸਹਿਜ ਨਾ ਉਪਜੈ, ਵਿਨ ਸਹਿਜੈ ਸਹਿਸਾ ਨਾ ਜਾਏ। ਕਹਿਣ ਲੱਗੇ ਸਹਿਜ ਤੋਂ ਬਿਨਾਂ ਸਹਿਸਾ ਪਾਉ ਭਰਮ ਸ਼ੰਕੇ ਨਹੀਂ ਜਾਂਦੇ। ਪਰ ਜੇ ਤੁਸੀਂ ਕਹੋ ਵੀ ਸਹਿਜ ਕਰਮ ਕਾਂਡ ਨਾਲ ਉਤਪੰਨ ਹੋਏਗਾ, ਇਹ ਵੀ ਨਹੀਂ ਹੈ। ਗੁਰੂ ਸਾਹਿਬ ਸਾਨੂੰ ਸਹਿਜ ਦੀ ਜਾਚ ਵੀ ਦੱਸ ਰਹੇ ਹਨ। ਮਨ ਧੋਵੋ ਸ਼ਬਦ ਲਾਗੋ, ਹਰ ਸੋ ਰਹੋ ਚਿਤ ਲਾਏ। ਮਨ ਧੋਵੋ ਸ਼ਬਦ ਲਾਗੋ, ਹਰ ਸੋ ਰਹੋ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ। ਗੁਰੂ ਦੀ ਕਿਰਪਾ ਹੋਏਗੀ, ਸਹਿਜ ਅਵਸਥਾ ਦੀ ਪ੍ਰਾਪਤੀ ਹੋਏਗੀ। ਸੋ ਸਹਿਜ ਦੇ ਵਿੱਚ ਗੁਰਸਿੱਖ ਨੇ ਨਾਮ ਜਪਣਾ, ਸਿਮਰਨ ਕਰਨਾ ਹੈ। ਅਤੇ ਸਿੱਖ ਦੀ ਸਿਮਰਨ ਜਾਂ ਧਿਆਨ ਦਾ ਸਾਧਨ ਜਾਂ ਕਹੀਏ ਟੇਕ ਕੀ ਹੈ, ਉਹ ਰੂਪ ਰੰਗ ਰਹਿਤ ਪਰਮਾਤਮਾ, ਉਸ ਦੀ ਹਸਤੀ ਦਾ ਧਿਆਨ ਕਰਨਾ ਹੀ ਸਿੱਖ ਦੀ ਟੇਕ ਹੈ। ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ, ਨੀਕੀ ਧਿਆਨ ਕੋ। ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ, ਨੀਕੀ ਧਿਆਨ ਕੋ। ਸੋ ਉਹ ਅਕਾਲ ਤੋਂ ਰਹਿਤ ਪਰਮਾਤਮਾ ਹੀ ਗੁਰਸਿੱਖਾਂ ਦੇ ਧਿਆਨ ਦੀ ਟੇਕ ਹੈ। ਦਸਮ ਪਿਤਾ ਸਾਨੂੰ ਸਮਝਾ ਰਹੇ ਹਨ ਕੀ ਮਿਲੇਗਾ ਜੇ ਦੋਨੋਂ ਅੱਖਾਂ ਬੰਦ ਕਰਕੇ ਬੈਠਾ ਰਹੇਗਾ, ਐਵੇਂ ਹੀ ਆਪਣਾ ਵਰਤਮਾਨ ਸਮਾਂ ਗਵਾ ਲਏਗਾ। ਕਹਾਂ ਭਇਓ ਜੋ ਦੋ ਲੋਚਨ ਬੂੰਦ ਕੈ, ਬੈਠ ਰਿਓ ਬਕ ਧਿਆਨ ਲਗਾਇਓ। ਨਾਥ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਐਵੇਂ ਹੀ ਆਪਣਾ ਵਰਤਮਾਨ ਵੀ ਗਵਾ ਲਏਗਾ ਤੇ ਆਪਣਾ ਭਵਿੱਖ ਵੀ ਬਰਬਾਦ ਕਰ ਲਏਗਾ। ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ, ਧਿਆਨ ਕਰੋ ਤਹਿ ਕੋ ਮਨ ਮੈਂ, ਜਹ ਕੋ ਅਮਿਤੋ ਸਭੈ ਜਗ ਛਾਇਓ। ਉਸ ਦਾ ਧਿਆਨ ਕਰੋ ਜਿਸ ਦੀ ਕਿਰਪਾ, ਸਾਰੀ ਸ੍ਰਿਸ਼ਟੀ ਜਿਸ ਨੇ ਆਪ ਸਾਜੀ ਹੈ। ਐਵੇਂ ਘੰਟੋ ਬੱਧੀ ਨਿਵੇਕਲੇ ਕਿਸੇ ਕਮਰੇ ਵਿੱਚ ਜਾਂ ਕਿਸੇ ਅਲੱਗ ਥਾਂ ਤੇ ਬਹਿ ਕੇ ਵਿਚਾਰ ਵਿਹੂਨ ਜਾਂ ਉਸਤਤ ਵਿਹੂਨ, ਵਿਚਾਰਹੀਨ ਅਵਸਥਾ ਜਿਹਨੂੰ ਸ਼ੂਨਿਆ ਕਹਿੰਦੇ, ਜਾਂ ਕਿਸੇ ਚਿੱਤਰ ਦੇ ਵਿੱਚ ਜਾਂ ਕਿਸੇ ਸ਼ਬਦ ਦੇ ਵਿੱਚ ਧਿਆਨ ਲਗਾ ਕਰਕੇ ਬੈਠਣਾ, ਜਿਸ ਨੂੰ ਅੱਜ ਕੱਲ੍ਹ ਦੀ ਭਾਸ਼ਾ ਵਿੱਚ ਮੈਡੀਟੇਸ਼ਨ ਵੀ ਕਹਿੰਦੇ ਹੈ। ਗੁਰੂ ਸਾਹਿਬ ਕਹਿਣ ਲੱਗੇ ਇਸ ਨਾਲ ਵੀ ਕੁਛ ਨਹੀਂ ਮਿਲਣਾ। ਗੁਰਬਾਣੀ
सेध बख्श रही है। जटा भस्म लेपन किया, कहा गुफा में बास। जटा भस्म लेपन किया, कहा गुफा में बास। मन जीते जग जीतिया, ताते विख्या ते होया उदास। विख्या तो उदास भाव माया तो छुटकारा पाना है, तो मन नूं जितना पेगा। और मन नूं जितन विच गुफा का कोई स्थान नहीं है। जैसा घर बाहरी सो तैसा, जैसा घर बाहरी सो तैसा, बैस गुफा में आखो कैसा। कहने के की फर्क पै जाएगा जो गुफा बह जाएगा। सागर डूगर निरभव ऐसा। भाई गुरदास जी भी सानू समझा रहे हैं कि जे चूहा खुड खोद के खुड दे विच बैठ जाता है, भाव गुफा विच बैठ जाता है, वो कोई जोगीश्वर नहीं बन जाता। इसे तरह ही सप जिहड़ा है वो खुड दे विच वड़ के लंबी उम्र प्राप्त करके भी वो बिख नूं नहीं छड्डदा, अमृत का धारनी नहीं हो जाता। मूसा बिल खोदना जोगीश्वर गुफा कहावत। मूसा बिल खोदना जोगीश्वर गुफा कहावत। सर्प होए चिरंजीवी, बिख ना बिलानी है। सप नूं भी खुड जा करके कोई जहर नहीं छड्डण की आदत पैंदी। सो एक विचार अपने दिमाग में रखनी जरूरी है। ये विचार करने वाली गल है कि गुरु नानक साहब की सिक्ख्या का केंद्र स्वार्थ नहीं परमार्थ है। गुरु नानक साहब की सिक्ख्या का केंद्र स्वार्थ नहीं परमार्थ है। एकांत नहीं संगत विच विचरना है। एकांत नहीं संगत विच विचरना है। निज दे उदार लई, ध्यान दिया जी, निज दे उदार लई समाधियां नहीं बल्कि परोपकार लई उदासियां करनियां हन। बल्कि परोपकार लई उदासियां करनियां हन। जन नानक तिस भले हारना है, जो आप जपै आवरा नाम जपावे। नानक तिस भले हारना है, जो आप जपै आवरा नाम जपावे। सो गुरु साहब ये शिक्षा दे रहे हैं और ये शिक्षा संगत विच ही हो सकती है। गुरु साहब विचारहीन समाधियां की सिक्ख्या नहीं दे रही, और वैसे ना विचारहीन होया ही जा सकता है, क्योंकि मनुख एक विचारशील प्राणी है। तो जिस अफुर अवस्था की समाधि विच प्राप्त करने की गल करते हैं, वो भी अपने आप विच एक विचार ही है। उस विचार विच टिकना है। बाकी विचार छड्ड के एक अफुर विचार विच टिकना है, पर विचार रहित नहीं होया जा सकता। गुरु साहब ऐसी समाधियां जो समाजिक अते परिवारिक जिम्मेवारियां तो मुख मोड़न तो इलावा होर कुछ नहीं है। तो गुरु साहब समाजिक जिम्मेवारी या परिवारिक जिम्मेवारी तो मुख मोड़न की इजाजत नहीं देंदे। इथों तक कि गुरु साहब ने सिद्धा नूं भी ये गल कहती। भाई गुरदास जी की पहली वार दे विच आपां पढ़ते हैं, सिद्ध छप बैठे प्रभति कौन जगत को पार उतारा। कह लगे तुसी आकर के पर्वतां छिप बैठे हो, तो जगत का पार उतारा कौन करेगा। कौन नाम जपेगा तो नाम जपाण की गल करेगा। सो गुरु साहब सानू ये दृढ़ करा रहे हैं कि चुप होने नाल, चुप करके बैठ जाइए, ਉਹਦੇ ਨਾਲ चुप नहीं होंदी, भाव मन बोलनों नहीं हटता। चुप है चुप ना होवी जे लाए रहा लिवतार। इस दे नाल ही एक प्रश्न काउंटर प्रश्न जो आ रहा है वो ये कि फिर विचारहीन होने लई या बुरे विकारां नूं छड्डण लई की तरीका अपनाया जाता है। उहदे वास्ते समाधि जरूरी है। गुरु साहब कहने लगे बिल्कुल नहीं। इस तरह बुरे विचारां नूं या विकारहीन नहीं होया जा सकता। विकारहीन होने लई इक्को एक तरीका है कि प्रभु की उस्तत गायन करो। गुण गावत तेरी उतरस मैल, गुण गावत तेरी उतरस मैल, बिनस जाए होमै बिख फैल। ये होमै और माया के जिहड़े दोष ने वो उतर जाते हैं। चुप करके बैठण नाल माया के दोष दूर नहीं होने। इस ढंग नाल चिंता रहित होण नहीं होया जा सकता कि तुसी समाधि लगा करके चिंता रहित होने की कोशिश करो। गुरु साहब कहने लगे चिंता रहित होने का एको तरीका है कि अकाल पुरख के गुण गायन करिए। तो अकाल पुरख के गुण गायन करांगे फिर अचिंत हो जावांगे।
ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸੰਭਾਲ। ਹਮੇਸ਼ਾ ਉੱਠਦੇ ਬੈਠਦੇ ਨਾਮ ਨੂੰ ਸੰਭਾਲ ਪਾਓ, ਨਾਮ ਜਪਣਾ ਕਰ, ਗੁਰੂ ਦੀ ਉਸਤਤ ਕਰਨਾ ਕਰ। ਔਰ ਇਹ ਹੀ ਢੰਗ ਹੈ ਗੁਰੂ ਸਾਹਿਬ ਨੇ ਪਰਮਾਤਮਾ ਨਾਲ ਲਿਵ ਲਾਣ ਦਾ, ਕਿ ਸੰਗਤ ਦੇ ਵਿੱਚ ਬੈਠ ਕਰਕੇ ਹੀ ਸਿੱਖ ਨੇ ਸਿਮਰਨ ਕਰਨਾ ਹੈ। ਜਨ ਕਾ ਸੇਵਕ ਸੋ ਵਡਭਾਗੀ, ਜਨ ਕੈ ਸੰਗ ਏਕ ਲਿਵ ਲਾਗੀ। ਤੋ ਸਿੱਖ ਨੇ ਗੁਰਸਿੱਖਾਂ ਦੇ ਵਿੱਚ ਵਿਚਰਨਾ ਹੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਾਧ ਸੰਗ ਮਿਲ ਕਰੋ ਆਨੰਦ। ਗੁਰੂ ਸਾਹਿਬ ਨੇ ਇਹ ਸਾਨੂੰ ਢੰਗ ਦੱਸਿਆ ਕਿ ਅਸੀਂ ਇਸ ਸਥਾਨ ਤੇ ਬੈਠ ਕਰਕੇ ਸਿਮਰਨ ਕਰਨਾ ਹੈ। ਉੱਚੀਆਂ ਆਤਮਿਕ ਅਵਸਥਾਵਾਂ ਚੁੱਪ ਕਰਕੇ ਬੈਠਣ ਨਾਲ ਨਹੀਂ, ਬਲਕਿ ਸੁਣਨ ਨਾਲ ਹੋਣਗੀਆਂ। ਸੁਣਿਆ ਸਿੱਧ ਪੀਰ ਸੁਰਨਾਥ ਅਤੇ ਮੰਨਣ ਨਾਲ ਹੋਣਗੀਆਂ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਸੋ ਨਾਮ ਸੁਣਨਾ ਅਤੇ ਮੰਨਣਾ ਅਤੇ ਕਥਾ ਕਰਨੀ, ਇਹ ਸਭ ਕੁਝ ਸੰਗਤ ਵਿੱਚ ਹੀ ਸੰਭਵ ਹੈ। ਸੋ ਸਿਮਰਨ ਜਾਂ ਨਾਮ ਜਪਣ ਦਾ ਨਿਵੇਕਲਾ ਥਾਂ ਸਹਿਜ ਗੁਫਾ ਭਾਵ ਵਿਕਾਰਾਂ ਤੋਂ ਰਹਿਤ। ਜਦੋਂ ਮਨ ਨੂੰ ਜਿੱਤ ਲਿਆ ਤਾਂ ਜਗ ਜਿੱਤਿਆ ਗਿਆ। ਇਹ ਤਰੀਕਾ ਗੁਰੂ ਸਾਹਿਬ ਨੇ ਸਾਨੂੰ ਨਾਮ ਜਪਣ ਦਾ ਦੱਸਿਆ ਕਿ ਸੰਗਤ ਦੇ ਵਿੱਚ ਵਿਚਰਦੇ ਹੋਏ ਹੀ ਇਹ ਸਾਰੀ ਕਾਰਵਾਈ ਕਰਨੀ ਹੈ।